ਇਸ ਚੌਥੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ। ਅਸੀਂ 7ਵੇਂ ਹਫ਼ਤੇ ਵਿੱਚ ਹਾਂ। ਹੁਣ ਤੋਂ ਸ਼ੁਰੂ ਕਰਦੇ ਹੋਏ, ਅਸੀਂ ਵੇਵਜ਼ ਦੇ ਗਰੁੱਪਸ ਨੂੰ ਦੇਖਾਂਗੇ। ਇਸ ਲਈ ਅੱਜ ਦੇ ਲੈਕਚਰ ਦਾ ਵਿਸ਼ਾ ਵੇਵਜ਼ ਦਾ ਡਿਸਪਰਸ਼ਨ ਹੈ। ਇਸ ਲਈ ਮੈਨੂੰ ਪਹਿਲਾਂ ਇਹ ਦੱਸਣ ਲਈ ਥੋੜਾ ਸਮਾਂ ਦਿਓ ਕਿ ਉਹ ਕੀ ਹੈ ਜੋ ਵੱਖਰਾ ਹੈ। ਹੁਣ ਉਸ ਦੀ ਤੁਲਨਾ ਵਿੱਚ ਜੋ ਅਸੀਂ ਕਰ ਰਹੇ ਸੀ, ਅਸੀਂ ਅਜੇ ਵੀ ਇੱਕ ਸਿੰਗਲ ਓਸੀਲੇਸ਼ਨ ਫ੍ਰੀਕੁਐਂਸੀ ਨੂੰ ਦੇਖ ਰਹੇ ਸੀ ਜਿਸ ਨੂੰ ਨੋਰਮਲ ਮੋਡ ਫ੍ਰੀਕੁਐਂਸੀ ਕਿਹਾ ਜਾਂਦਾ ਸੀ, ਪਰ ਆਮ ਤੌਰ ਤੇ ਅਸਲ ਜੀਵਨ ਵਿੱਚ ਅਕਸਰ ਅਜਿਹਾ ਨਹੀਂ ਹੁੰਦਾ ਹੈ। ਤੁਸੀਂ ਜਿਸ ਵੇਵ ਫੈਨੋਮੇਨਾ ਦਾ ਸਾਹਮਣਾ ਕਰਦੇ ਹੋ, ਉਹ ਅਸਲ ਵਿੱਚ ਇੱਕ ਸਪਸ਼ਟ ਤਰੀਕੇ ਨਾਲ ਪਰਿਭਾਸ਼ਿਤ ਫ੍ਰੀਕੁਐਂਸੀ ਦੇ ਨਾਲ ਨਹੀਂ ਆਉਂਦਾ ਹੈ। ਉਦਾਹਰਨ ਲਈ, ਅਸੀਂ ਜੋ ਸਫੈਦ ਰੌਸ਼ਨੀ ਦੇਖਦੇ ਹਾਂ, ਉਦਾਹਰਨ ਵਜੋਂ ਸੂਰਜ ਤੋਂ ਆਉਣ ਵਾਲੀ ਰੌਸ਼ਨੀ ਕਈ ਫ੍ਰੀਕੁਐਂਸੀਜ਼ ਤੋਂ ਬਣੀ ਹੁੰਦੀ ਹੈ। ਇਹ ਇੱਕ ਪ੍ਰਸਿੱਧ ਪ੍ਰਯੋਗ ਸੀ ਜੋ ਨਿਊਟਨ ਨੇ 300 ਸਾਲ ਤੋਂ ਵੀ ਪਹਿਲਾਂ ਕੀਤਾ ਸੀ। ਇਸ ਲਈ, ਤੁਸੀਂ ਉਸ ਕਿਸਮ ਦੀ ਇੱਕ ਸਫੈਦ ਰੌਸ਼ਨੀ ਲੈਂਦੇ ਹੋ ਅਤੇ ਇਸ ਨੂੰ ਇੱਕ ਪ੍ਰਿਜ਼ਮ ਵਿੱਚੋਂ ਲੰਘਾਉਂਦੇ ਹੋ, ਅਤੇ ਦੂਜੇ ਪਾਸੇ ਤੁਸੀਂ ਦੇਖਦੇ ਹੋ ਕਿ ਇਹ 7 ਰੰਗਾਂ ਵਿੱਚ ਵਿਭਾਜਿਤ ਹੁੰਦਾ ਹੈ। ਸਿੱਟਾ ਇਹ ਹੈ ਕਿ ਸਫੈਦ ਰੌਸ਼ਨੀ ਘੱਟੋ ਘੱਟ 7 ਵੱਖ-ਵੱਖ ਫ੍ਰੀਕੁਐਂਸੀਜ਼ ਦੀ ਬਣੀ ਹੋਈ ਹੈ ਤਾਂ ਜੋ ਇਸ ਨੂੰ ਬਹੁਤ ਹੀ ਅਪਰੋਕਸੀਮੇਟ ਸੈਂਸ ਵਿੱਚ ਰੱਖਿਆ ਜਾ ਸਕੇ। ਸਾਊਂਡ ਵੇਵਜ਼ ਜਿਹੜੀਆਂ ਤੁਸੀਂ ਆਮ ਤੌਰ ਤੇ ਸੁਣਦੇ ਹੋ, ਉਹ ਸਿੰਗਲ ਫ੍ਰੀਕੁਐਂਸੀ ਤੋਂ ਨਹੀਂ ਬਣੀਆਂ ਹੁੰਦੀਆਂ ਹਨ। ਇਹ ਅਕਸਰ ਕਈ ਫ੍ਰੀਕੁਐਂਸੀਜ਼ ਦਾ ਸੁਮੇਲ ਹੁੰਦੀਆਂ ਹਨ। ਇਸ ਲਈ, ਸਿਧਾਂਤ ਵਿੱਚ ਅਤੇ ਅਭਿਆਸ ਵਿੱਚ ਸਾਨੂੰ ਉਹਨਾਂ ਵੇਵਫੋਰਮਸ ਨੂੰ ਦੇਖਣਾ ਸ਼ੁਰੂ ਕਰਨਾ ਚਾਹੀਦਾ ਹੈ ਜੋ ਕਈ ਫ੍ਰੀਕੁਐਂਸੀਜ਼ ਤੋਂ ਬਣੀਆਂ ਹੁੰਦੀਆਂ ਹਨ। ਇਸ ਦੀ ਇੱਕ ਵਧੀਆ ਉਦਾਹਰਣ ਇੱਕ ਵੇਵ ਪਲਸ ਵਰਗੀ ਕੁਝ ਹੋਵੇਗੀ, ਜਿਸ ਤਰ੍ਹਾਂ ਦੀ ਮੈਂ ਇੱਥੇ ਬਣਾਈ ਹੈ। ਇਸ ਲਈ, ਇੱਕ ਪਲਸ ਆਮ ਤੌਰ ਤੇ ਕੁਝ ਅਜਿਹਾ ਹੁੰਦਾ ਹੈ ਜਿਸ ਵਿੱਚ ਛੋਟਾ ਮੰਨ ਲਓ ਇੱਕ ਟਾਈਮ ਫਰੇਮ, ਇੱਕ ਛੋਟਾ ਟਾਈਮ ਫਰੇਮ ਹੁੰਦਾ ਹੈ ਜਿਵੇਂ ਕਿ ਡੈਲਟਾ ਟੀ, ਜਿਸ ਉੱਤੇ ਐਂਪਲੀਟਿਊਡ ਕਾਫੀ ਮਜ਼ਬੂਤ ਹੁੰਦਾ ਹੈ। ਸਮਾਲ ਰੇਂਜ ਦੇ ਡੈਲਟਾ ਟੀ ਤੋਂ ਬਾਹਰ ਇਸ ਦਾ ਐਂਪਲੀਟਿਊਡ ਲਗਭਗ 0 ਹੈ, ਇਸ ਲਈ ਇਹ ਮੌਜੂਦ ਵੀ ਨਹੀਂ ਹੈ। ਇਹ ਇੱਕ ਸਟ੍ਰਿੰਗ ਵਿੱਚ ਵੇਵ ਪਲਸ ਸ਼ੁਰੂ ਕਰਨ ਵਰਗਾ ਹੈ। ਉਦਾਹਰਨ ਲਈ, ਪਲਸ ਇਕੱਲੀ ਟਰੈਵਲ ਕਰ ਸਕਦੀ ਹੈ। ਇਸ ਲਈ, ਅਜਿਹੀਆਂ ਪਲਸਜ਼ ਆਮ ਤੌਰ ਤੇ ਬਹੁਤ ਸਾਰੀਆਂ ਪਲੇਨ ਵੇਵਜ਼ ਦੇ ਸੰਯੋਜਨ ਨਾਲ ਬਣੀਆਂ ਹੁੰਦੀਆਂ ਹਨ। ਹਰੇਕ ਪਲੇਨ ਵੇਵ ਦੀ ਇੱਕ ਨਿਸ਼ਚਿਤ ਫ੍ਰੀਕੁਐਂਸੀ ਹੁੰਦੀ ਹੈ। ਹਰੇਕ ਫ੍ਰੀਕੁਐਂਸੀ ਵੱਖ-ਵੱਖ ਗਤੀਆਂ ਤੇ ਟਰੈਵਲ ਕਰ ਸਕਦੀ ਹੈ। ਇਸ ਸਥਿਤੀ ਵਿੱਚ, ਤੁਹਾਡੇ ਦੁਆਰਾ ਸ਼ੁਰੂ ਕੀਤੀ ਗਈ ਪਲਸ ਦਾ ਆਕਾਰ ਬਾਅਦ ਦੇ ਸਮੇਂ ਵਿੱਚ ਬਰਕਰਾਰ ਨਹੀਂ ਰੱਖਿਆ ਜਾ ਸਕਦਾ ਹੈ ਕਿਉਂਕਿ ਹਰੇਕ ਕੰਪੋਨੈਂਟ ਵੱਖ-ਵੱਖ ਗਤੀਆਂ ਤੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ, ਅੰਤ ਵਿੱਚ ਤੁਸੀਂ ਦੇਖੋਗੇ ਕਿ ਜੋ ਕੁਝ ਇਸ ਤਰ੍ਹਾਂ ਸ਼ੁਰੂ ਹੋਇਆ ਸੀ ਉਹ ਕੁਝ ਇਸ ਤਰ੍ਹਾਂ ਨਾਲ ਸਮਾਪਤ ਹੋ ਸਕਦਾ ਹੈ। ਤਾਂ ਆਮ ਤੌਰ ਤੇ ਇਸ ਤਰ੍ਹਾਂ ਦਾ ਵਿਵਹਾਰ ਜਿੱਥੇ ਸ਼ਾਰਪਲੀ ਪੀਕਡ ਪਲਸਜ਼ ਅੰਤ ਵਿੱਚ ਇੱਕ ਤਰ੍ਹਾਂ ਡਾਊਟ ਸਪੇਸਡ ਆਊਟ ਹੋ ਜਾਂਦੀਆਂ ਹਨ, ਇਸ ਨੂੰ ਆਮ ਤੌਰ ਤੇ ਡਿਸਪਰਸ਼ਨ ਕਿਹਾ ਜਾਂਦਾ ਹੈ। ਮੈਂ ਤੁਹਾਨੂੰ ਇੱਕ ਹੋਰ ਅਨੈਲਜੀ ਦੇ ਸਕਦਾ ਹਾਂ। ਉਦਾਹਰਨ ਵਜੋਂ, ਤੁਸੀਂ ਕਲਪਨਾ ਕਰਦੇ ਹੋ ਕਿ ਇੱਕ ਮੈਰਾਥਨ ਰੇਸ ਹੈ। ਅੱਜ ਕੱਲ੍ਹ ਬਹੁਤ ਸਾਰੇ ਸਿਟੀ ਮੈਰਾਥਨ ਹਨ। ਇਸ ਲਈ, ਸਟਾਰਟਿੰਗ ਪੁਆਇੰਟ ਤੇ ਤੁਹਾਡੇ ਕੋਲ ਵੱਡੀ ਗਿਣਤੀ ਵਿੱਚ ਦੌੜਾਕ ਹਨ ਜੋ ਇੱਕੋ ਸਮੇਂ ਤੇ ਸ਼ੁਰੂ ਕਰ ਰਹੇ ਹਨ, ਪਰ ਕੁਝ ਸਮੇਂ ਬਾਅਦ ਜੇਕਰ ਉਹ ਸਾਰੇ ਇੱਕੋ ਰਫ਼ਤਾਰ ਨਾਲ ਦੌੜਦੇ ਹਨ ਤਾਂ ਉਹ ਸਾਰੇ ਇੱਕੋ ਸਮੇਂ ਤੇ ਠੀਕ ਐਂਡ ਪੁਆਇੰਟ ਤੱਕ ਪਹੁੰਚ ਜਾਣਗੇ। ਇੱਕ ਸਮੂਹ ਦੇ ਰੂਪ ਵਿੱਚ ਸ਼ੁਰੂ ਹੋਈ ਕਰਾਊਡ ਇੱਕ ਸਮੂਹ ਦੇ ਰੂਪ ਵਿੱਚ ਇਕੱਠੇ ਚੱਲੇਗੀ ਅਤੇ ਅੰਤ ਵਿੱਚ ਇੱਕ ਸਮੂਹ ਦੇ ਰੂਪ ਵਿੱਚ ਐਂਡਿੰਗ ਪੁਆਇੰਟ ਤੱਕ ਪਹੁੰਚ ਜਾਵੇਗੀ। ਇਸ ਤਰ੍ਹਾਂ, ਕਰਾਊਡ ਦੇ ਆਕਾਰ ਵਿੱਚ ਕੋਈ ਡਿਸਟੋਰਸ਼ਨ ਨਹੀਂ ਹੋਵੇਗਾ। ਦੂਜੇ ਪਾਸੇ, ਆਮ ਤੌਰ ਤੇ ਅਜਿਹਾ ਹੁੰਦਾ ਹੈ ਕਿ ਹਰ ਕੋਈ ਵੱਖ-ਵੱਖ ਰਫ਼ਤਾਰ ਤੇ ਦੌੜਦਾ ਹੈ। ਬਹੁਤ ਤੇਜ਼ ਦੌੜਨ ਵਾਲੇ ਲੋਕ ਜੇਤੂ ਹੁੰਦੇ ਹਨ ਅਤੇ ਕੁਝ ਅਜਿਹੇ ਵੀ ਹੁੰਦੇ ਹਨ ਜੋ ਹੌਲੀ ਦੌੜਦੇ ਹਨ ਅਤੇ ਬਸ ਇਸ ਨੂੰ ਪੂਰਾ ਕਰਨ ਲਈ ਮੈਨੇਜ ਕਰਦੇ ਹਨ। ਇਸ ਲਈ, ਅੰਤ ਵਿੱਚ ਅਜਿਹੀ ਸਥਿਤੀ ਵਿੱਚ ਤੁਸੀਂ ਦੇਖੋਗੇ ਕਿ ਬਹੁਤ ਜਲਦੀ ਸ਼ੁਰੂ ਹੋਇਆ ਮੈਰਾਥਨ ਗਰੁੱਪ ਅਸਲ ਵਿੱਚ ਇੱਕ ਦੂਜੇ ਤੋਂ ਦੂਰੀ ਤੇ ਹੋ ਜਾਂਦਾ ਹੈ। ਇਸ ਲਈ, ਅਸੀਂ ਉਹਨਾਂ ਬਾਰੇ ਵੱਡੀ ਗਿਣਤੀ ਵਿੱਚ ਨਤੀਜੇ ਦੇਖੇ ਸਨ ਜਿਨ੍ਹਾਂ ਨੂੰ ਸਿੰਗਲ ਫ੍ਰੀਕੁਐਂਸੀ ਵਾਲੀਆਂ ਵੇਵਜ਼ ਮੋਨੋਕ੍ਰੋਮੈਟਿਕ ਵੇਵਜ਼ ਕਿਹਾ ਜਾਂਦਾ ਹੈ। ਤਾਂ ਹੁਣ ਅਸੀਂ ਨਤੀਜੇ ਦੇਖਣ ਜਾ ਰਹੇ ਹਾਂ ਕਿ ਕੀ ਹੁੰਦਾ ਹੈ ਜੇਕਰ ਤੁਹਾਡੀ ਵੇਵਫੋਰਮ ਬਹੁਤ ਸਾਰੀਆਂ ਵੱਖ-ਵੱਖ ਫ੍ਰੀਕੁਐਂਸੀਜ਼ ਤੋਂ ਬਣੀ ਹੈ। ਇਸ ਨੂੰ ਇੱਕ ਤਰ੍ਹਾਂ ਦੇ ਸਰਲ ਫਰੇਮਵਰਕ ਵਿੱਚ ਸਮਝਣ ਲਈ ਆਓ ਇੱਕ ਵੇਵਫੋਰਮ ਬਣਾ ਕੇ ਸ਼ੁਰੂ ਕਰਦੇ ਹਾਂ ਜਿਸ ਵਿੱਚ ਸਿਰਫ 2 ਫ੍ਰੀਕੁਐਂਸੀਜ਼ ਹਨ। ਉਸ ਸਥਿਤੀ ਵਿੱਚ ਇਹ ਸਮਝਣਾ ਆਸਾਨ ਹੋਵੇਗਾ ਕਿ ਕੀ ਐਕਸਪੈਕਟ ਕਰਨਾ ਹੈ ਅਤੇ ਫਿਰ ਅਸੀਂ ਰਿਜ਼ਲਟ ਨੂੰ ਵੱਡੀ ਗਿਣਤੀ ਵਿੱਚ ਫ੍ਰੀਕੁਐਂਸੀਜ਼ ਤੇ ਐਕਸਟਰਾਪੋਲੇਟ ਕਰ ਸਕਦੇ ਹਾਂ। ਆਓ ਮੰਨ ਲੈਂਦੇ ਹਾਂ ਕਿ ਮੇਰੇ ਕੋਲ ਇਸ ਤਰ੍ਹਾਂ ਦੇ 2 ਵੇਵਫੋਰਮ ਹਨ, y1 ਜੋ a cos ω1t
ਮਾਈਨਸ k1x ਹੈ ਅਤੇ ਮੇਰੇ ਕੋਲ ਇੱਕ ਹੋਰ ਹੈ ਜੋ y2 ਹੈ। ਦੁਬਾਰਾ a cos ਓਮੇਗਾ 2 t ਮਾਈਨਸ k2 x ਹੈ ਅਤੇ ਆਮ ਤੌਰ ਤੇ ਜੇਕਰ ਤੁਸੀਂ a1 ਅਤੇ a2 ਨੂੰ ਦੋ ਵੱਖ-ਵੱਖ ਐਂਪਲੀਟਿਊਡ ਦੇ ਰੂਪ ਵਿੱਚ ਲੈਂਦੇ ਹੋ ਤਾਂ ਵਿਸ਼ਲੇਸ਼ਣ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਇਸ ਲਈ ਸਰਲਤਾ ਲਈ ਅਸੀਂ ਦੋਨਾਂ ਐਂਪਲੀਟਿਊਡ ਨੂੰ ਇੱਕ ਸਮਾਨ ਲਵਾਂਗੇ। ਇਹਨਾਂ ਵਿੱਚੋਂ ਹਰੇਕ ਇੱਕ ਮੋਨੋਕ੍ਰੋਮੈਟਿਕ ਵੇਵ ਹੈ, ਇਸ ਲਈ ਤੁਸੀਂ ਦੇਖੋਗੇ ਕਿ y1 ਨੂੰ ਸਿੰਗਲ ਐਂਗੂਲਰ ਫ੍ਰੀਕੁਐਂਸੀ ਓਮੇਗਾ 1 ਦੁਆਰਾ ਦਰਸਾਇਆ ਗਿਆ ਹੈ ਅਤੇ y2 ਨੂੰ ਇੱਕ ਸਿੰਗਲ ਐਂਗੂਲਰ ਫ੍ਰੀਕੁਐਂਸੀ ਓਮੇਗਾ 2 ਦੁਆਰਾ ਦਰਸਾਇਆ ਗਿਆ ਹੈ। ਹੁਣ ਜੇਕਰ ਮੈਂ ਇੱਕ ਵੇਵ ਬਣਾਉਂਦਾ ਹਾਂ ਜੋ ਇਹਨਾਂ ਦੋਨਾਂ ਵੇਵਜ਼ ਦੀ ਇੱਕ ਸੁਪਰਪੋਜੀਸ਼ਨ ਹੈ, ਜਿਸ ਦਾ ਮਤਲਬ ਹੈ ਕਿ y ਆਮ ਤੌਰ ਤੇ ਪੋਜੀਸ਼ਨ ਅਤੇ ਟਾਈਮ ਦਾ ਇੱਕ ਫੰਕਸ਼ਨ ਹੋਵੇਗਾ, ਪਰ ਇਹ y1 ਅਤੇ y2 ਦੀ ਇੱਕ ਸੁਪਰਪੋਜੀਸ਼ਨ ਬਣਨ ਜਾ ਰਿਹਾ ਹੈ, ਇਸ ਲਈ ਇਹ y1 ਪਲਸ y2 ਹੈ। ਤਾਂ ਇਹ ਕੁਝ ਇਸ ਤਰ੍ਹਾਂ ਹੋਵੇਗਾ, ਨੈਟ ਡਿਸਪਲੇਸਮੈਂਟ ਕੇਵਲ y1 ਅਤੇ y2 ਦੇ ਡਿਸਪਲੇਸਮੈਂਟਸ ਦਾ ਸਮ ਹੈ। ਹੁਣ ਮੈਨੂੰ ਬਸ cos A ਪਲਸ cos B ਲਈ ਇਸ ਟ੍ਰਿਗਨੋਮੈਟ੍ਰਿਕ ਫਾਰਮੂਲੇ ਦੀ ਵਰਤੋਂ ਕਰਨ ਦੀ ਲੋੜ ਹੈ। ਇਸ ਨੂੰ ਇੱਥੇ ਲਾਗੂ ਕਰੋ ਅਤੇ ਅਸੀਂ ਇਸ ਇਕੁਏਸ਼ਨ ਨੂੰ 2a ਟਾਈਮਸ ਲਿਖ ਸਕਦੇ ਹਾਂ। ਤਾਂ ਇਹ ਬਿਲਕੁਲ ਸਰਲ ਹੈ। ਇਸ ਤਰ੍ਹਾਂ ਦੀ ਐਕਸਰਸਾਈਜ਼ ਅਸੀਂ ਕੁਝ ਸਮਾਂ ਪਹਿਲਾਂ ਕੀਤੀ ਸੀ ਜਦੋਂ ਅਸੀਂ ਬੀਡਸ ਦੇ ਫਿਨੋਮੇਨਨ ਨੂੰ ਦੇਖਿਆ ਸੀ। ਇਹ ਬਿਲਕੁਲ ਹੁਣ ਦੇ ਸਮਾਨ ਹੀ ਹੈ। ਇਹ ਸਮਝਣ ਲਈ ਕਿ ਇਸ ਵਿੱਚ ਕੀ ਕਿਹਾ ਗਿਆ ਹੈ, ਇਸ ਨੂੰ ਪਲੋਟ ਕਰਨਾ ਬਿਹਤਰ ਹੈ। ਇਸ ਲਈ ਮੈਂ ਖਾਸ ਤੌਰ ਤੇ ਅਜਿਹਾ ਕਰਨ ਜਾ ਰਿਹਾ ਹਾਂ ਜੇਕਰ ਤੁਸੀਂ ਇਹ ਮੰਨਦੇ ਹੋ ਕਿ ਓਮੇਗਾ 1 ਅਤੇ ਓਮੇਗਾ 2 ਇੱਕ ਦੂਜੇ ਦੇ ਲਗਭਗ ਬਰਾਬਰ ਹਨ ਪਰ ਬਿਲਕੁਲ ਬਰਾਬਰ ਨਹੀਂ ਹਨ, ਤਾਂ ਉਸ ਕੇਸ ਵਿੱਚ ਇਹ ਸੰਖਿਆ ਓਮੇਗਾ 1 ਮਾਈਨਸ ਓਮੇਗਾ 2 ਛੋਟੀ ਹੋਵੇਗੀ, ਜਦੋਂ ਕਿ ਓਮੇਗਾ 1 ਪਲਸ ਓਮੇਗਾ 2 ਇੱਕ ਵੱਡੀ ਸੰਖਿਆ ਹੋਵੇਗੀ ਅਤੇ ਨਿਸ਼ਚਿਤ ਤੌਰ ਤੇ ਤੁਸੀਂ ਇਸ k1 ਪਲਸ k2 ਪਲਸ k2 ਬਾਈ 2 ਇਨਟੂ x ਨੂੰ ਕਿਸੇ ਫੇਜ਼ ਫੈਕਟਰ ਦੇ ਰੂਪ ਵਿੱਚ ਮੰਨ ਸਕਦੇ ਹੋ। ਇਸੇ ਤਰ੍ਹਾਂ ਤੁਸੀਂ k1 ਮਾਈਨਸ k2 ਬਾਈ 2 ਇਨਟੂ x ਲਈ ਕਰ ਸਕਦੇ ਹੋ। ਇਸ ਲਈ ਅਸੀਂ ਜੋ ਕਰਨ ਜਾ ਰਹੇ ਹਾਂ ਉਹ ਸਲੋਅਰ ਓਸੀਲੇਸ਼ਨਸ ਦਾ ਇੱਕ ਸੰਪੂਰਨ ਇਨਵੈਲਪ ਹੈ, ਜੋ ਕਿ ਇਸ ਤਰ੍ਹਾਂ ਦਿਖਾਈ ਦੇ ਸਕਦਾ ਹੈ ਅਤੇ ਬੇਸ਼ੱਕ ਕੁਝ ਇਸ ਤਰ੍ਹਾਂ ਦਾ ਫਾਸਟ ਓਸੀਲੇਸ਼ਨ ਹੋਣ ਜਾ ਰਿਹਾ ਹੈ। ਇਸ ਲਈ ਇੱਥੇ ਮੈਂ y ਨੂੰ ਇੱਕ ਫੰਕਸ਼ਨ ਦੇ ਰੂਪ ਵਿੱਚ ਪਲੋਟ ਕੀਤਾ ਹੈ। ਦਰਅਸਲ x ਫਿਕਸਡ ਹੈ। ਤਾਂ ਆਓ ਅਸੀਂ ਇਸ ਨੂੰ ਟਾਈਮ ਦੇ ਫੰਕਸ਼ਨ ਦੇ ਵਜੋਂ ਲੈਂਦੇ ਹਾਂ। ਇੱਥੇ ਰੈਡ ਕਰਵ ਓਮੇਗਾ 1 ਮਾਈਨਸ ਓਮੇਗਾ 2 ਬਾਏ 2 ਦੀ ਫ੍ਰੀਕੁਐਂਸੀ ਨਾਲ ਮੇਲ ਖਾਂਦਾ ਹੈ, ਕਿਉਂਕਿ ਓਮੇਗਾ 1 ਅਤੇ ਓਮੇਗਾ 2 ਲਗਭਗ ਬਰਾਬਰ ਹਨ, ਜੋ ਕਿ ਦੋ ਫ੍ਰੀਕੁਐਂਸੀਜ਼ ਦਾ ਇੱਕ ਸਲੋਅਰ ਹੈ। ਅਤੇ ਫਾਸਟਰ ਵਾਲਾ ਜੋ ਫਾਸਟ ਓਸੀਲੇਸ਼ਨਸ ਨੂੰ ਡਿਸਪਲੇ ਕਰਦਾ ਹੈ ਉਹ ਓਮੇਗਾ 1 ਪਲਸ ਓਮੇਗਾ 2 ਡਿਵਾਈਡਡ ਬਾਏ 2 ਹੈ। ਜਦੋਂ ਤੁਹਾਡੇ ਕੋਲ ਇਸ ਤਰ੍ਹਾਂ ਦੀ ਕਰਵ ਹੋਵੇਗੀ ਤਾਂ ਤੁਸੀਂ ਕਹੋਗੇ ਕਿ ਇਸ ਕਰਵ ਦੀ ਫੇਜ਼ ਵੈਲੋਸਿਟੀ ਸਲੋਅਰ ਮੋਡ ਦੁਆਰਾ ਨਿਰਧਾਰਿਤ ਕੀਤੀ ਜਾਵੇਗੀ। ਇਸ ਲਈ ਜਿਸ ਦਾ ਅਰਥ ਹੈ ਕਿ ਸਲੋਅਰ ਦੀ ਫੇਜ਼ ਵੈਲੋਸਿਟੀ ਓਮੇਗਾ 1 ਮਾਈਨਸ ਓਮੇਗਾ 2 ਡਿਵਾਈਡਡ ਬਾਏ k1 ਮਾਈਨਸ k2 ਹੋਵੇਗੀ। ਇਸ ਲਈ ਜੇਕਰ ਮੈਂ ਇਹ ਮੰਨ ਲਵਾਂ ਕਿ ਓਮੇਗਾ 1 ਬਾਏ k1 ਬਰਾਬਰ ਵੈਲੋਸਿਟੀ c ਹੈ ਅਤੇ ਓਮੇਗਾ 2 ਬਾਏ k2 ਬਰਾਬਰ c ਹੈ, ਤਾਂ ਇੱਥੇ ਮਾਧਿਅਮ ਅਜਿਹਾ ਹੈ ਕਿ ਓਮੇਗਾ 1 ਬਾਏ k1 ਬਰਾਬਰ ਓਮੇਗਾ 2 ਬਾਏ 2 ਜੋ ਇਕੁਅਲ ਟੂ c ਹੈ। ਇਸ ਲਈ ਇਸ ਕੇਸ ਵਿੱਚ ਮੈਂ ਇਸ ਇਕੁਏਸ਼ਨ ਨੂੰ c ਇਨਟੂ k1 ਮਾਈਨਸ k2 ਡਿਵਾਈਡਡ ਬਾਏ k1 ਮਾਈਨਸ k2 ਵਜੋਂ ਲਿਖ ਸਕਦਾ ਹਾਂ ਅਤੇ ਇਹ ਇਕੁਅਲ ਟੂ c ਹੈ। ਇਸ ਲਈ ਹਰੇਕ ਫ੍ਰੀਕੁਐਂਸੀ ਕੰਪੋਨੈਂਟ ਜੋ ਇਸ ਕੇਸ ਵਿੱਚ ਓਮੇਗਾ 1 ਅਤੇ ਓਮੇਗਾ 2 ਹੈ, ਉਹ ਇਕੱਠੇ ਮੂਵ ਕਰਨਗੇ। ਇਸ ਲਈ ਉਸ ਸਥਿਤੀ ਵਿੱਚ ਉਹ ਸ਼ੁਰੂਆਤੀ ਸਮੇਂ ਵਿੱਚ ਜੋ ਵੀ ਫੇਜ਼ ਰਿਲੇਸ਼ਨਸ਼ਿਪ ਰੱਖਦੇ ਸਨ ਉਸ ਨੂੰ ਬਣਾਈ ਰੱਖਣਗੇ। ਹੁਣ ਆਓ ਦੂਜੇ ਕੇਸ ਤੇ ਵਿਚਾਰ ਕਰੀਏ ਕਿ ਕੀ ਹੁੰਦਾ ਹੈ ਜੇਕਰ ਓਮੇਗਾ 1 ਬਾਏ k1 ਓਮੇਗਾ 2 ਬਾਏ k2 ਦੇ ਬਰਾਬਰ ਨਹੀਂ ਹੈ। ਤਾਂ ਇਸ ਕੇਸ ਵਿੱਚ
ਅਸੀਂ ਪਰਿਭਾਸ਼ਿਤ ਕਰ ਸਕਦੇ ਹਾਂ ਕਿ ਗਰੁੱਪ ਵੈਲੋਸਿਟੀ ਕਿਸ ਨੂੰ ਕਿਹਾ ਜਾਂਦਾ ਹੈ, ਅਤੇ ਅਸੀਂ ਇਸ ਨੂੰ ਡੈਲਟਾ W ਦੁਆਰਾ ਦਰਸਾ ਸਕਦੇ ਹਾਂ, ਜੋ ਕਿ ਦੋ ਐਂਗੂਲਰ ਫ੍ਰੀਕੁਐਂਸੀਜ਼ ਦੇ ਵਿਚਕਾਰ ਡਿਫਰੈਂਸ ਡਿਵਾਈਡਡ ਬਾਏ ਵੇਵ ਨੰਬਰਸ ਵਿੱਚ ਡਿਫਰੈਂਸ ਨੂੰ ਦਰਸਾਉਂਦਾ ਹੈ। ਮੈਂ ਇਸ ਨੂੰ Vg ਕਹਿੰਦਾ ਹਾਂ। ਸਾਡੇ ਕੋਲ ਹੁਣ 3 ਪੋਸੀਬਲ ਵੈਲੋਸਿਟੀਜ਼ ਹਨ, ਇੱਕ ω1 ਬਾਏ k1, ਦੂਜੀ ω2 ਬਾਏ k2 ਹੈ ਜੋ ਇੰਡੀਵਿਜੂਅਲ ਵੇਵਜ਼ ਦੀਆਂ ਵੈਲੋਸਿਟੀਜ਼ ਹਨ। ਹੁਣ ਅਸੀਂ ਇਹਨਾਂ ਦੋ ਵੇਵਜ਼ ਨੂੰ ਐਡ ਕੀਤਾ ਹੈ ਅਤੇ ਇਸ ਨਾਲ ਇਹ ਤੀਜੀ ਵੈਲੋਸਿਟੀ ਰਾਈਜ਼ ਹੁੰਦੀ ਹੈ ਜੋ ਕਿ ਗਰੁੱਪ ਵੈਲੋਸਿਟੀ Vg ਹੈ। ਇਸ ਕੇਸ ਵਿੱਚ ਕੀ ਹੋਵੇਗਾ ਕਿ ਦੋ ਵੇਵਜ਼ ਇੱਕ ਦੂਜੇ ਦੇ ਅਨੁਰੂਪ ਨਹੀਂ ਹੋਣਗੀਆਂ, ਇਸ ਲਈ ਇੱਥੇ ਡਿਸਪਰਸ਼ਨ ਹੋਣ ਜਾ ਰਿਹਾ ਹੈ। ਇਸ ਲਈ ਵੇਵ ਦੀ ਸ਼ੁਰੂਆਤੀ ਸ਼ਕਲ ਜਿਸ ਵੇਵ ਨਾਲ ਤੁਸੀਂ ਸ਼ੁਰੂ ਕੀਤਾ ਸੀ, ਉਸ ਦੀ ਇਨੀਸ਼ੀਅਲ ਸ਼ੇਪ ਟਾਈਮ ਦੇ ਫੰਕਸ਼ਨ ਦੇ ਰੂਪ ਵਿੱਚ ਬਦਲਣ ਵਾਲੀ ਹੈ। ਇਸ ਲਈ ਹੁਣ ਅਸੀਂ ਨਿਸ਼ਚਿਤ ਤੌਰ ਤੇ ਡਿਸਪਰਸ਼ਨ ਦੇ ਇਸ ਵਿਚਾਰ ਨੂੰ ਹੋਰ ਸਪਸ਼ਟ ਰੂਪ ਵਿੱਚ ਪ੍ਰਗਟ ਕਰ ਸਕਦੇ ਹਾਂ ਜਿਸ ਨੂੰ ਡਿਸਪਰਸਿਵ ਮੀਡੀਅਮ ਕਿਹਾ ਜਾਂਦਾ ਹੈ। ਇਸ ਲਈ ਡਿਸਪਰਸਿਵ ਮੀਡੀਅਮ ਇੱਕ ਅਜਿਹਾ ਮੀਡੀਅਮ ਹੈ ਜਿਸ ਵਿੱਚ ਫੇਜ਼ ਵੈਲੋਸਿਟੀਜ਼ ਫ੍ਰੀਕੁਐਂਸੀ ਤੇ ਡਿਪੈਂਡ ਕਰੇਗੀ। ਜੇਕਰ ਫੇਜ਼ ਵੈਲੋਸਿਟੀਜ਼ ਫ੍ਰੀਕੁਐਂਸੀ ਤੇ ਡਿਪੈਂਡ ਕਰਦੀਆਂ ਹਨ ਤਾਂ ਵੇਵ ਦਾ ਹਰੇਕ ਕੰਪੋਨੈਂਟ ਜੋ ਗਰੁੱਪ ਬਣਾਉਂਦਾ ਹੈ, ਵੱਖ-ਵੱਖ ਗਤੀਆਂ ਤੇ ਟਰੈਵਲ ਕਰੇਗਾ ਤਾਂ ਇਹ ਉਸ ਇਨੀਸ਼ੀਅਲ ਪ੍ਰੋਫਾਈਲ ਨੂੰ ਡਿਸਪਰਸ ਕਰੇਗਾ ਜਿਸ ਨਾਲ ਤੁਸੀਂ ਸ਼ੁਰੂਆਤ ਕੀਤੀ ਸੀ। ਡੈਲਟਾ W ਬਾਏ ਡੈਲਟਾ K ਅਜਿਹੇ ਕੇਸ ਵਿੱਚ ਜਿੱਥੇ ਤੁਹਾਡੇ ਕੋਲ ਇੱਕ ਗਰੁੱਪ ਬਣਾਉਣ ਲਈ ਵੱਡੀ ਗਿਣਤੀ ਵਿੱਚ ਅਜਿਹੀਆਂ ਵੇਵਜ਼ ਸੁਪਰਪੋਜ਼ ਹੁੰਦੀਆਂ ਹਨ, ਇਹ dω ਬਾਏ dk ਬਣਨ ਲਈ ਟਰਾਂਸਲੇਟ ਕਰੇਗਾ। ਇਸ ਲਈ ਇੱਕ ਵਾਰ ਜਦੋਂ ਤੁਸੀਂ ω ਪਤਾ ਕਰ ਲੈਂਦੇ ਹੋ ਤਾਂ ਤੁਸੀਂ dω ਬਾਏ dk ਪਤਾ ਕਰ ਸਕਦੇ ਹੋ, ਗਰੁੱਪ ਵੈਲੋਸਿਟੀ ਪਤਾ ਲਗਾ ਸਕਦੇ ਹੋ, ਅਤੇ ਇਹ ਨਿਰਧਾਰਿਤ ਕਰ ਸਕਦੇ ਹੋ ਕਿ ਕੀ ਕੋਈ ਡਿਸਪਰਸ਼ਨ ਹੋਣ ਵਾਲਾ ਹੈ ਜਾਂ ਨਹੀਂ। ਆਮ ਤੌਰ ਤੇ ਜਦੋਂ ਅਸੀਂ ਕਹਿੰਦੇ ਹਾਂ ਕਿ ਐਨਰਜੀ ਨੂੰ ਵੇਵ ਦੁਆਰਾ ਲਿਜਾਇਆ ਜਾਂਦਾ ਹੈ ਤਾਂ ਇਸ ਨੂੰ ਵੇਵ ਦੁਆਰਾ ਗਰੁੱਪ ਵੈਲੋਸਿਟੀ ਦੇ ਬਰਾਬਰ ਗਤੀ ਨਾਲ ਲਿਜਾਇਆ ਜਾਂਦਾ ਹੈ। ਅਜਿਹਾ ਕੁਝ ਮਾਮਲਿਆਂ ਵਿੱਚ ਹੁੰਦਾ ਹੈ ਕਿ ਫੇਜ਼ ਵੈਲੋਸਿਟੀਜ਼ ਕਈ ਵਾਰ ਲਾਈਟ ਦੀ ਵੈਲੋਸਿਟੀ ਤੋਂ ਵੱਧ ਹੁੰਦੀਆਂ ਹਨ, ਪਰ ਅਸਲ ਗਤੀ ਜਿਸ ਨਾਲ ਇਹ ਕਿਹਾ ਜਾਂਦਾ ਹੈ ਕਿ ਇੱਕ ਸਿਗਨਲ ਟਰਾਂਸਮਿਟ ਕੀਤਾ ਜਾ ਸਕਦਾ ਹੈ ਜਾਂ ਜਾਣਕਾਰੀ ਨੂੰ ਪਾਸ ਕੀਤਾ ਜਾ ਸਕਦਾ ਹੈ, ਗਰੁੱਪ ਵੈਲੋਸਿਟੀ ਦੁਆਰਾ ਦਿੱਤੀ ਜਾਂਦੀ ਹੈ। ਇਸ ਲਈ ਡਿਸਪਰਸ਼ਨ ਰਿਲੇਸ਼ਨ ਦੇ ਮੱਦੇਨਜ਼ਰ ਅਸੀਂ ਇੱਕ ਗਰੁੱਪ ਵੈਲੋਸਿਟੀ ਦੇ ਲਈ ਇੱਕ ਐਕਸਪ੍ਰੈਸ਼ਨ ਲਿਖ ਸਕਦੇ ਹਾਂ। ਤਾਂ ਆਓ Vg ਨਾਲ ਸ਼ੁਰੂ ਕਰਦੇ ਹਾਂ ਜੋ ਕਿ ਗਰੁੱਪ ਵੈਲੋਸਿਟੀ ਹੈ, ਜੋ ਕਿ dω ਬਾਏ ਹੈ। ਹੁਣ ਧਿਆਨ ਦਿਓ ਕਿ ω ਬਾਏ k ਇਕੁਅਲ ਟੂ ਫੇਜ਼ ਵੈਲੋਸਿਟੀ ਹੈ। ਮੈਂ ਇਸ ਨੂੰ Vph ਮੰਨ ਲੈਂਦਾ ਹਾਂ। ਇਸ ਲਈ ਮੈਂ ਇੱਥੋਂ ω ਲਈ ਸਬਸਟੀਟਿਊਟ ਕਰਨ ਜਾ ਰਿਹਾ ਹਾਂ ਜਿਸ ਕੇਸ ਵਿੱਚ d ਬਾਈ dk ਆਫ k ਇਨਟੂ Vph ਹੋਵੇਗਾ। ਹੁਣ ਇਸ ਡਿਫਰੈਂਸ਼ੀਏਸ਼ਨ ਨੂੰ ਕਰੀਏ। ਇਸ ਲਈ ਜੇਕਰ ਮੈਂ ਇਸ ਨੂੰ ਡਿਫਰੈਂਸ਼ੀਏਟ ਕਰਦਾ ਹਾਂ ਤਾਂ ਮੇਰੇ ਕੋਲ ਹੋਵੇਗਾ, ਅਤੇ ਹੁਣ ਇਸ ਨੂੰ ਵੇਵਲੈਂਥ ਦੇ ਰੂਪ ਵਿੱਚ ਵੀ ਲਿਖਿਆ ਜਾ ਸਕਦਾ ਹੈ। ਕਈ ਵਾਰ ਵੇਵਲੈਂਥਸ ਨਾਲ ਕੰਮ ਕਰਨਾ ਸੁਵਿਧਾਜਨਕ ਹੁੰਦਾ ਹੈ। ਇਸ ਕੇਸ ਵਿੱਚ ਕੋਈ ਸਿਰਫ ਇਹ ਸਬਸਟੀਟਿਊਸ਼ਨ ਕਰ ਸਕਦਾ ਹੈ ਕਿ k ਇਕੁਅਲ ਟੂ ਪਾਈ ਬਾਏ ਲੈਂਬਡਾ ਹੈ। ਇਸ ਲਈ ਜੇਕਰ k 2 ਪਾਈ ਬਾਏ ਲੈਂਬਡਾ ਹੈ, dk 2 ਪਾਈ ਮਲਟੀਪਲਾਈ 2 ਮਾਈਨਸ ਆਫ 1 ਬਾਏ ਲੈਂਬਡਾ ਸਕੁਏਅਰ ਮਲਟੀਪਲਾਈ 2d ਲੈਂਬਡਾ ਹੋਵੇਗਾ। ਅਤੇ ਜੇਕਰ ਮੈਂ ਹੁਣ k ਨੂੰ 2 ਪਾਈ ਬਾਏ ਲੈਂਬਡਾ ਦੇ ਰੂਪ ਵਿੱਚ ਸਬਸਟੀਟਿਊਟ ਕਰਦਾ ਹਾਂ ਤਾਂ ਮੈਨੂੰ ਵੀ ਫੇਜ਼ ਮਾਈਨਸ 2 ਪਾਈ ਬਾਏ ਲੈਂਬਡਾ ਇਨਟੂ ਲੈਂਬਡਾ ਸਕੁਏਅਰ ਡਿਵਾਈਡਡ ਬਾਏ 2 ਪਾਈ ਇਨਟੂ dv ਫੇਜ਼ ਡਿਵਾਈਡਡ ਬਾਏ d ਲੈਂਬਡਾ ਪ੍ਰਾਪਤ ਹੋਵੇਗਾ। ਹੁਣ ਨਿਸ਼ਚਿਤ ਤੌਰ ਤੇ 2 ਪਾਈ ਅਤੇ 2 ਪਾਈ ਕੈਂਸਲ ਹੋ ਜਾਵੇਗਾ। ਇਹ ਲੈਂਬਡਾ ਇਹਨਾਂ ਵਿੱਚੋਂ ਇੱਕ ਨਾਲ ਕੈਂਸਲ ਹੋ ਜਾਵੇਗਾ। ਇਸ ਲਈ ਮੇਰੇ ਕੋਲ ਫਾਈਨਲ ਐਕਸਪ੍ਰੈਸ਼ਨ ਬਾਕੀ ਰਹਿ ਜਾਵੇਗਾ, ਜੋ ਕਿ v ਗਰੁੱਪ ਵੈਲੋਸਿਟੀ v ਫੇਜ਼ ਵੈਲੋਸਿਟੀ ਮਾਈਨਸ ਲੈਂਬਡਾ ਇਨਟੂ dv ਬਾਏ d ਲੈਂਬਡਾ dv ਫੇਜ਼ ਬਾਏ d ਲੈਂਬਡਾ ਹੈ। ਇਹ ਫੇਜ਼ ਵੈਲੋਸਿਟੀ ਅਤੇ ਗਰੁੱਪ ਵੈਲੋਸਿਟੀ ਵਿਚਕਾਰ ਰਿਲੇਸ਼ਨ ਦੀ ਇੱਕ ਹੋਰ ਫੋਰਮ ਹੋਵੇਗੀ। ਅਤੇ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਅਸੀਂ ਵੇਵ ਨੰਬਰ ਦੇ ਸੰਦਰਭ ਵਿੱਚ ਗਰੁੱਪ ਵੈਲੋਸਿਟੀ ਅਤੇ ਫੇਜ਼ ਵੈਲੋਸਿਟੀ ਦੇ ਵਿਚਕਾਰ ਇੱਕ ਹੋਰ ਰਿਲੇਸ਼ਨ ਪ੍ਰਾਪਤ ਕਰ ਲਿਆ ਹੈ।
ਜੋ ਕਿ ਇਹ ਰਿਲੇਸ਼ਨ ਹੈ। ਇਸ ਤਰ੍ਹਾਂ ਮੇਰੇ ਕੋਲ ਜੋ ਰਿਲੇਸ਼ਨ ਹੈ ਉਸ ਦੇ ਆਧਾਰ ਤੇ ਮੈਂ 3 ਪੋਸੀਬਿਲਿਟੀਜ਼ ਦੀ ਪਛਾਣ ਕਰ ਸਕਦਾ ਹਾਂ। ਇਸ ਲਈ ਪਹਿਲੀ ਉਹ ਹੁੰਦੀ ਹੈ ਜਦੋਂ ਫੇਜ਼ ਵੈਲੋਸਿਟੀ ਵੇਵਲੈਂਥ ਤੋਂ ਇੰਡੀਪੈਂਡੈਂਟ ਹੁੰਦੀ ਹੈ। ਤਾਂ ਦੂਜੇ ਸ਼ਬਦਾਂ ਵਿੱਚ dv ਫੇਜ਼ ਬਾਏ d ਲੈਂਬਡਾ ਬਰਾਬਰ 0 ਹੈ। ਗਰੁੱਪ ਨੂੰ ਬਣਾਉਣ ਵਾਲੇ ਹਰੇਕ ਕੰਪੋਨੈਂਟ ਦੀ ਫੇਜ਼ ਵੈਲੋਸਿਟੀ ਬਿਲਕੁਲ ਇੱਕੋ ਜਿਹੀ ਹੈ ਅਤੇ ਉਹ ਕੋਈ ਡਿਸਪਰਸ਼ਨ ਨਹੀਂ ਦਿਖਾਉਣਗੇ। ਇਸ ਲਈ ਸਪਸ਼ਟ ਤੌਰ ਤੇ ਜੇਕਰ ਤੁਸੀਂ ਇਸ ਰਿਲੇਸ਼ਨ ਵਿੱਚ dv ਬਾਈ d ਲੈਂਬਡਾ ਇਕੁਅਲ ਟੂ 0 ਰੱਖਦੇ ਹੋ, ਤੁਸੀਂ ਇਹ ਪ੍ਰਾਪਤ ਕਰੋਗੇ ਕਿ ਗਰੁੱਪ ਵੈਲੋਸਿਟੀ ਇਕੁਅਲ ਟੂ ਫੇਜ਼ ਵੈਲੋਸਿਟੀ ਹੈ। ਪੂਰਾ ਗਰੁੱਪ ਉਸੇ ਗਤੀ ਨਾਲ ਟਰੈਵਲ ਕਰਦਾ ਹੈ ਜਿਸ ਗਤੀ ਨਾਲ ਉਸ ਗਰੁੱਪ ਦਾ ਕੋਈ ਇੱਕ ਮੈਂਬਰ ਟਰੈਵਲ ਕਰਦਾ ਹੈ। ਹੁਣ ਦੂਸਰਾ ਕੇਸ ਉਦੋਂ ਹੋ ਸਕਦਾ ਹੈ ਜਦੋਂ dv ਫੇਜ਼ ਬਾਈ d ਲੈਂਬਡਾ ਪੋਜ਼ਿਟਿਵ ਹੈ। dv ਫੇਜ਼ ਬਾਈ d ਲੈਂਬਡਾ ਗ੍ਰੇਟਰ ਦੈਨ 0 ਹੈ ਤਾਂ ਤੁਸੀਂ ਇਸ ਇਕੁਏਸ਼ਨ ਤੇ ਵਾਪਸ ਜਾ ਸਕਦੇ ਹੋ। ਹੁਣ ਜੇਕਰ dv ਫੇਜ਼ ਬਾਈ ਲੈਂਬਡਾ ਗ੍ਰੇਟਰ ਦੈਨ 0 ਜਾਂ ਪੋਜ਼ਿਟਿਵ ਹੈ ਤਾਂ ਉਸ ਕੇਸ ਵਿੱਚ vg ਇੱਕ ਨੰਬਰ ਹੋਵੇਗਾ ਜੋ ਫੇਜ਼ ਵੈਲੋਸਿਟੀ ਤੋਂ ਛੋਟਾ ਹੈ। ਇਸ ਲਈ ਇਹ ਉਸ ਕੇਸ ਦੇ ਅਨੁਰੂਪ ਹੋਵੇਗਾ ਜਦੋਂ vg ਫੇਜ਼ ਵੈਲੋਸਿਟੀ ਤੋਂ ਛੋਟਾ ਹੁੰਦਾ ਹੈ। ਤਾਂ ਇਹ ਰੇਜੀਮ ਜਿੱਥੇ ਗਰੁੱਪ ਵੈਲੋਸਿਟੀ ਫੇਜ਼ ਵੈਲੋਸਿਟੀ ਤੋਂ ਛੋਟੀ ਹੁੰਦੀ ਹੈ ਨੂੰ ਨੋਰਮਲ ਡਿਸਪਰਸ਼ਨ ਕਿਹਾ ਜਾਂਦਾ ਹੈ। ਮੈਂ ਉਸ ਕੇਸ ਨੂੰ ਕੰਸੀਡਰ ਕਰ ਸਕਦਾ ਹਾਂ ਜਦੋਂ dv ਫੇਜ਼ ਡਿਵਾਈਡਡ ਬਾਈ d ਲੈਂਬਡਾ ਲੈਸ ਦੈਨ 0 ਹੈ। ਇਸ ਲਈ ਇਸ ਕੇਸ ਵਿੱਚ ਗਰੁੱਪ ਵੈਲੋਸਿਟੀ ਫੇਜ਼ ਵੈਲੋਸਿਟੀ ਨਾਲੋਂ ਜ਼ਿਆਦਾ ਹੋਵੇਗੀ ਅਤੇ ਇਸ ਨੂੰ ਅਨੋਮਲਸ ਡਿਸਪਰਸ਼ਨ ਕਿਹਾ ਜਾਂਦਾ ਹੈ। ਇਸ ਲਈ ਮੈਂ ਓਮੇਗਾ ਆਫ k ਨੂੰ k ਦੇ ਫੰਕਸ਼ਨ ਵਜੋਂ ਪਲੋਟ ਕਰਨ ਜਾ ਰਿਹਾ ਹਾਂ। ਓਮੇਗਾ ਆਫ k ਕੇਵਲ ਇਕੁਅਲ ਟੂ k ਹੈ ਜਾਂ ਸਮ ਕਨਸਟੈਂਟ ਟਾਈਮਸ k ਹੈ। ਇਹ ਉਹ ਕੇਸ ਹੁੰਦਾ ਹੈ ਜਦੋਂ ਗਰੁੱਪ ਵੈਲੋਸਿਟੀ ਇਕੁਅਲ ਟੂ ਫੇਜ਼ ਵੈਲੋਸਿਟੀ ਹੋਵੇਗੀ। ਤਾਂ ਇਹ ਕੋਈ ਡਿਸਪਰਸ਼ਨ ਨਹੀਂ ਹੋਣ ਦਾ ਕੇਸ ਹੈ। ਇਸ ਲਈ ਇਸ ਕੇਸ ਵਿੱਚ vg ਲੈਸ ਦੈਨ ਫੇਜ਼ ਵੈਲੋਸਿਟੀ ਗਰੁੱਪ ਵੈਲੋਸਿਟੀ ਲੈਸ ਦੈਨ ਫੇਜ਼ ਵੈਲੋਸਿਟੀ ਹੈ ਅਤੇ ਇਹ ਬੇਸ਼ੱਕ ਨੋਰਮਲ ਡਿਸਪਰਸ਼ਨ ਕੇਸ ਹੈ। ਇਹ ਨਿਸ਼ਚਿਤ ਹੀ ਅਨੋਮਲਸ ਡਿਫਿਊਜ਼ਨ ਦਾ ਕੇਸ ਹੈ ਜਿੱਥੇ vg ਗਰੁੱਪ ਵੈਲੋਸਿਟੀ ਗ੍ਰੇਟਰ ਦੈਨ ਫੇਜ਼ ਵੈਲੋਸਿਟੀ ਹੈ। ਇਸ ਲਈ ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਇਸ ਨੂੰ ਅਨੋਮਲਸ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਇਹ ਵੇਵਜ਼ ਦੇ ਗਰੁੱਪ ਦੀ ਤਰ੍ਹਾਂ ਦਿਖਾਈ ਦਿੰਦਾ ਹੈ ਜੋ ਤੁਹਾਡੀ ਪਲਸ ਜਾਂ ਵੇਵਫਾਰਮ ਬਣਾਉਂਦੇ ਹਨ। ਉਹਨਾਂ ਵਿੱਚੋਂ ਹਰੇਕ ਦੀ ਇੱਕ ਫੇਜ਼ ਵੈਲੋਸਿਟੀ ਹੁੰਦੀ ਹੈ ਜੋ ਸਮੁੱਚੇ ਤੌਰ ਤੇ ਗਰੁੱਪ ਦੀ ਵੈਲੋਸਿਟੀ ਤੋਂ ਛੋਟੀ ਹੁੰਦੀ ਹੈ, ਜੋ ਕਾਫੀ ਅਸਾਧਾਰਨ ਸਥਿਤੀ ਦਿਖਾਈ ਦਿੰਦੀ ਹੈ। ਇਸੇ ਕਰਕੇ ਇਸ ਦਾ ਨਾਮ ਅਨੋਮਲਸ ਡਿਸਪਰਸ਼ਨ ਹੈ। ਤਾਂ ਵੈਕਿਊਮ ਵਿੱਚ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦਾ ਕੀ ਹੁੰਦਾ ਹੈ? ਇਸ ਲਈ ਇਸ ਕੇਸ ਵਿੱਚ ਡਿਸਪਰਸ਼ਨ ਰਿਲੇਸ਼ਨ ਓਮੇਗਾ ਆਫ k ਇਕੁਅਲ ਟੂ c ਟਾਈਮਸ k ਹੋਵੇਗਾ, ਜਿੱਥੇ c ਲਾਈਟ ਦੀ ਵੈਲੋਸਿਟੀ ਹੈ ਅਤੇ ਮੈਨੂੰ ਇਹ ਪਤਾ ਲਗਾਉਣ ਦੀ ਲੋੜ ਹੈ ਕਿ ਫੇਜ਼ ਵੈਲੋਸਿਟੀ ਕੀ ਹੈ। ਇਸ ਲਈ ਫੇਜ਼ ਵੈਲੋਸਿਟੀ ਨਿਸ਼ਚਿਤ ਤੌਰ ਤੇ ਓਮੇਗਾ ਬਾਏ k ਅਤੇ ਗਰੁੱਪ ਵੈਲੋਸਿਟੀ ਕੀ ਹੈ? ਤਾਂ ਗਰੁੱਪ ਵੈਲੋਸਿਟੀ d ਓਮੇਗਾ ਬਾਏ dk ਹੈ ਜੋ ਇਕੁਅਲ ਟੂ c ਹੈ। ਇਸ ਲਈ ਤੁਸੀਂ ਦੇਖ ਸਕਦੇ ਹੋ ਕਿ ਵੈਕਿਊਮ ਵਿੱਚ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਲਈ ਇੱਕ ਫੇਜ਼ ਵੈਲੋਸਿਟੀ ਇਕੁਅਲ ਟੂ ਗਰੁੱਪ ਵੈਲੋਸਿਟੀ ਹੈ ਅਤੇ ਇਸ ਲਈ ਕੋਈ ਡਿਸਪਰਸ਼ਨ ਨਹੀਂ ਹੈ। ਆਓ ਇੱਕ ਦੂਜੀ ਉਦਾਹਰਨ ਦੇਖਦੇ ਹਾਂ। ਸਟੈਂਡਰਡ ਟੈਂਪਰੇਚਰ ਅਤੇ ਪ੍ਰੈਸ਼ਰ ਤੇ ਸਾਊਂਡ ਵੇਵਜ਼ ਮੰਨ ਲਓ ਅਤੇ ਆਡੀਬਲ ਰੇਂਜ ਵਿੱਚ ਵੀ। ਤਾਂ ਇੱਥੇ ਡਿਸਪਰਸ਼ਨ ਰਿਲੇਸ਼ਨ ਓਮੇਗਾ ਆਫ k ਇਕੁਅਲ ਟੂ ਗਾਮਾ p ਬਾਏ ਰੋ ਟਾਈਮਸ k ਹੈ। ਇਸ ਲਈ p ਪ੍ਰੈਸ਼ਰ ਹੈ, ਰੋ ਗੈਸ ਦੀ ਡੈਂਸਿਟੀ ਹੈ ਅਤੇ ਗਾਮਾ ਸਪੈਸੀਫਿਕ ਕੈਪੈਸਿਟੀਜ਼ ਦਾ ਅਨੁਪਾਤ ਹੈ। ਹੁਣ ਦੁਬਾਰਾ ਮੈਂ ਕੈਲਕੁਲੇਟ ਕਰ ਸਕਦਾ ਹਾਂ ਕਿ ਫੇਜ਼ ਅਤੇ ਗਰੁੱਪ ਵੈਲੋਸਿਟੀਜ਼ ਕੀ ਹਨ। ਫੇਜ਼ ਵੈਲੋਸਿਟੀ ਕੇਵਲ ਗਾਮਾ p ਬਾਏ ਰੋ ਹੈ।
ਅਤੇ ਗਰੁੱਪ ਵੈਲੋਸਿਟੀ ਜੋ ਕਿ d ਓਮੇਗਾ ਬਾਈ dk ਹੈ, ਉਹ ਇਕੁਅਲ ਟੂ ਰੂਟ ਆਫ ਗਾਮਾ p ਬਾਏ ਰੋ ਹੋਵੇਗੀ। ਇਸ ਲਈ ਦੁਬਾਰਾ ਸਾਡੇ ਕੋਲ v ਫੇਜ਼ ਵੈਲੋਸਿਟੀ ਇਕੁਅਲ ਟੂ v ਆਫ ਗਰੁੱਪ ਵੈਲੋਸਿਟੀ ਦਾ ਇੱਕ ਕੇਸ ਹੈ ਤਾਂ ਗਰੁੱਪ ਵੈਲੋਸਿਟੀ ਇਕੁਅਲ ਟੂ ਫੇਜ਼ ਵੈਲੋਸਿਟੀ ਹੈ ਅਤੇ ਦੁਬਾਰਾ ਇੱਥੇ ਕੋਈ ਡਿਸਪਰਸ਼ਨ ਨਹੀਂ ਹੈ। ਹੁਣ ਇੱਕ ਪਲ ਲਈ ਇਸ ਰਿਜ਼ਲਟ ਬਾਰੇ ਸੋਚੋ। ਮੰਨ ਲਓ ਕਿ ਸਾਊਂਡ ਵੇਵਜ਼ ਵਿੱਚ ਡਿਸਪਰਸ਼ਨ ਸੀ, ਇਸ ਲਈ ਜਿਸ ਮਾਧਿਅਮ ਰਾਹੀਂ ਸਾਊਂਡ ਵੇਵ ਟਰੈਵਲ ਕਰਦੀ ਹੈ ਉਹ ਸਿਰਫ ਸਾਡੇ ਆਲੇ ਦੁਆਲੇ ਦੀ ਹਵਾ ਹੈ। ਹੁਣ ਜੇਕਰ ਉਹ ਮਾਧਿਅਮ ਸਾਊਂਡ ਵੇਵਜ਼ ਨੂੰ ਫੈਲਾਉਣ ਵਾਲਾ ਹੁੰਦਾ ਤਾਂ ਕੀ ਹੁੰਦਾ? ਇਸ ਲਈ ਮੈਂ ਜੋ ਵੀ ਬੋਲਦਾ ਹਾਂ, ਜੋ ਕਈ ਵੱਖ-ਵੱਖ ਫ੍ਰੀਕੁਐਂਸੀ ਕੰਪੋਨੈਂਟਸ ਤੋਂ ਬਣਿਆ ਹੈ, ਉਹ ਵੱਖ-ਵੱਖ ਸਮੇਂ ਤੇ ਤੁਹਾਡੇ ਤੱਕ ਪਹੁੰਚਦਾ ਹੈ। ਇਸ ਲਈ ਇਹ ਕਾਫੀ ਉਲਝਣ ਵਾਲਾ ਹੋ ਸਕਦਾ ਹੈ। ਤਾਂ ਤੀਜੀ ਉਦਾਹਰਣ ਕੁਝ ਅਜਿਹੀ ਹੈ ਜਿਸ ਨੂੰ ਅਸੀਂ ਥੋੜਾ ਵਿਸਥਾਰ ਨਾਲ ਦੇਖਿਆ ਹੈ। ਇੱਕ ਕੰਟੀਨਿਊਅਸ ਸਟ੍ਰਿੰਗ ਵਿੱਚ ਟ੍ਰਾਂਸਵਰਸ ਵੇਵਜ਼ ਤਾਂ ਇਸ ਕੇਸ ਵਿੱਚ ਡਿਸਪਰਸ਼ਨ ਰਿਲੇਸ਼ਨ ਓਮੇਗਾ ਆਫ k ਇਕੁਅਲ ਟੂ ਰੂਟ ਆਫ t ਡਿਵਾਈਡਡ ਬਾਏ ਰੋ ਟਾਈਮਸ k ਹੈ। t ਸਟ੍ਰਿੰਗ ਵਿੱਚ ਟੈਂਸ਼ਨ ਹੈ ਅਤੇ ਰੋ ਸਟ੍ਰਿੰਗ ਦੀ ਲੀਨੀਅਰ ਡੈਂਸਿਟੀ ਹੈ। ਇਸ ਲਈ ਇਹ ਉਹ ਕੇਸ ਹੈ ਜੋ ਅਸੀਂ ਬਣਾਇਆ ਹੈ। ਅਸੀਂ ਪਿਛਲੇ 2 ਹਫ਼ਤਿਆਂ ਵਿੱਚ ਇਸ ਕੇਸ ਦੇ ਰਿਜ਼ਲਟ ਪ੍ਰਾਪਤ ਕੀਤੇ ਹਨ। ਤਾਂ ਹੁਣ ਮੈਂ ਪੁੱਛ ਸਕਦਾ ਹਾਂ ਕਿ ਫੇਜ਼ ਵੈਲੋਸਿਟੀ ਕੀ ਹੈ? ਇਸ ਲਈ ਫੇਜ਼ ਵੈਲੋਸਿਟੀ ਕੇਵਲ ਰੂਟ ਆਫ t ਬਾਏ ਰੋ ਹੈ। ਗਰੁੱਪ ਵੈਲੋਸਿਟੀ ਕੀ ਹੋਵੇਗੀ ਜੋ ਕਿ d ਓਮੇਗਾ ਬਾਏ dk ਜੋ ਇਕੁਅਲ ਟੂ ਰੂਟ t ਬਾਏ ਰੋ ਹੈ। ਤਾਂ ਇੱਥੇ ਦੁਬਾਰਾ ਇੱਕ ਹੋਰ ਕੇਸ ਹੈ ਜਿੱਥੇ ਫੇਜ਼ ਵੈਲੋਸਿਟੀ ਇਕੁਅਲ ਟੂ ਗਰੁੱਪ ਵੈਲੋਸਿਟੀ ਹੈ। ਦੁਬਾਰਾ ਇੱਥੇ ਕੋਈ ਡਿਸਪਰਸ਼ਨ ਨਹੀਂ ਹੈ। ਇਸ ਲਈ ਅਸੀਂ 3 ਵੱਖ-ਵੱਖ ਕੇਸ ਦੇਖੇ ਹਨ ਜਿੱਥੇ ਕੋਈ ਡਿਸਪਰਸ਼ਨ ਨਹੀਂ ਸੀ। ਤਾਂ ਆਓ ਹੁਣ ਇੱਕ ਅਜਿਹੇ ਕੇਸ ਨੂੰ ਦੇਖਦੇ ਹਾਂ ਜਿੱਥੇ ਅਸਲ ਵਿੱਚ ਕੁਝ ਡਿਸਪਰਸ਼ਨ ਹੈ। ਆਇਨੋਸਫੀਅਰ ਵਿੱਚ ਇਲੈਕਟ੍ਰੋਮੈਗਨੈਟਿਕ ਵੇਵਜ਼। ਇਸ ਕੇਸ ਵਿੱਚ ਡਿਸਪਰਸ਼ਨ ਰਿਲੇਸ਼ਨ ਹੇਠਾਂ ਦਿੱਤੇ ਰਿਲੇਸ਼ਨ ਦੁਆਰਾ ਦਿੱਤਾ ਗਿਆ ਹੈ। ਇਸ ਲਈ ਇਹ ਇੱਕ ਡਿਸਪਰਸ਼ਨ ਰਿਲੇਸ਼ਨ ਹੈ ਜੋ ਫ੍ਰੀਕੁਐਂਸੀਜ਼ ਦੀ ਕੁਝ ਰੇਂਜ ਵਿੱਚ ਵੈਲਿਡ ਹੈ। ਤਾਂ ਇਸ ਸਮੇਂ ਆਓ ਇਸ ਗੱਲ ਦੀ ਚਿੰਤਾ ਨਾ ਕਰੀਏ ਕਿ ਇਸ ਡਿਸਪਰਸ਼ਨ ਰਿਲੇਸ਼ਨ ਦੀ ਵੈਲਿਡਿਟੀ ਦੀ ਰੇਂਜ ਕੀ ਹੈ। ਫ੍ਰੀਕੁਐਂਸੀਜ਼ ਦੀ ਕੁਝ ਸੀਮਿਤ ਰੇਂਜ ਵਿੱਚ ਇਹ ਵੈਲਿਡ ਹੈ। ਓਮੇਗਾ p ਉਹ ਹੈ ਜਿਸ ਨੂੰ ਪਲਾਜ਼ਮਾ ਫ੍ਰੀਕੁਐਂਸੀ ਕਿਹਾ ਜਾਂਦਾ ਹੈ। ਅਸੀਂ ਹੁਣ ਇਸ ਨੂੰ k ਦੇ ਸੰਬੰਧ ਵਿੱਚ ਡਿਫਰੈਂਸ਼ੀਏਟ ਕਰਦੇ ਹਾਂ ਅਤੇ ਅਸੀਂ ਹੇਠਾਂ ਦਿੱਤੇ 2 ਓਮੇਗਾ ਇਨਟੂ d ਓਮੇਗਾ ਬਾਏ dk ਪ੍ਰਾਪਤ ਕਰਾਂਗੇ ਜੋ ਕਿ ਇਕੁਅਲ ਟੂ 2 ਇਨਟੂ c ਸਕੁਏਅਰ ਇਨਟੂ k ਹੋਵੇਗਾ। 2 ਵੇਵ ਨੂੰ k ਦੇ ਸੰਬੰਧ ਵਿੱਚ ਡਿਫਰੈਂਸ਼ੀਏਟ ਕੀਤਾ ਗਿਆ ਹੈ ਅਤੇ ਹੁਣ ਮੈਂ ਇੱਥੇ ਛੋਟੀਆਂ ਐਡਜਸਟਮੈਂਟਸ ਕਰਾਂਗਾ। ਇਸ ਲਈ 2 ਅਤੇ 2 ਕੈਂਸਲ ਹੋ ਜਾਣਗੇ ਤਾਂ ਮੇਰੇ ਕੋਲ ਓਮੇਗਾ ਬਾਏ k ਇਨਟੂ d ਓਮੇਗਾ ਬਾਏ dk ਇਕੁਅਲ ਟੂ c ਸਕੁਏਅਰ ਹੋਵੇਗਾ। ਅਤੇ ਤੁਸੀਂ ਦੇਖ ਸਕਦੇ ਹੋ ਕਿ ਓਮੇਗਾ ਬਾਏ k ਨਿਸ਼ਚਿਤ ਤੌਰ ਤੇ ਫੇਜ਼ ਵੈਲੋਸਿਟੀ ਹੈ ਅਤੇ d ਓਮੇਗਾ ਬਾਏ dk ਗਰੁੱਪ ਵੈਲੋਸਿਟੀ ਹੈ। ਇਸ ਲਈ ਫੇਜ਼ ਵੈਲੋਸਿਟੀ ਅਤੇ ਗਰੁੱਪ ਵੈਲੋਸਿਟੀ ਦਾ ਪ੍ਰੋਡਕਟ ਇਕੁਅਲ ਟੂ c ਸਕੁਏਅਰ ਹੈ। ਤਾਂ ਮੈਂ ਆਪਣੇ ਡਿਸਪਰਸ਼ਨ ਰਿਲੇਸ਼ਨ ਤੇ ਵਾਪਸ ਜਾਂਦਾ ਹਾਂ ਜੋ ਕਿ ਓਮੇਗਾ ਸਕੁਏਅਰ ਇਕੁਅਲ ਟੂ ਓਮੇਗਾ p ਸਕੁਏਅਰ ਪਲਸ k ਸਕੁਏਅਰ c ਸਕੁਏਅਰ ਡਿਵਾਈਡਡ ਬਾਏ k ਸਕੁਏਅਰ ਥਰੂਆਊਟ ਹੈ। ਇਸ ਲਈ ਮੇਰੇ ਕੋਲ ਓਮੇਗਾ ਸਕੁਏਅਰ ਬਾਏ k ਸਕੁਏਅਰ ਇਕੁਅਲ ਟੂ ਓਮੇਗਾ p ਸਕੁਏਅਰ ਬਾਏ k ਸਕੁਏਅਰ ਪਲਸ c ਸਕੁਏਅਰ ਹੈ। ਤਾਂ ਇੱਥੇ ਮੇਰੇ ਕੋਲ ਓਮੇਗਾ ਬਾਏ k ਲਈ ਇੱਕ ਐਕਸਪ੍ਰੈਸ਼ਨ ਹੈ ਜੋ ਕਿ ਫੇਜ਼ ਵੈਲੋਸਿਟੀ ਹੈ। ਫੇਜ਼ ਵੈਲੋਸਿਟੀ ਇਕੁਅਲ ਟੂ ਸਕੁਏਅਰ ਰੂਟ ਆਫ c ਸਕੁਏਅਰ ਪਲਸ ਓਮੇਗਾ p ਸਕੁਏਅਰ ਬਾਏ k ਸਕੁਏਅਰ ਹੈ। ਇਸ ਲਈ ਓਮੇਗਾ p ਸਕੁਏਅਰ ਅਤੇ k ਸਕੁਏਅਰ ਦੀਆਂ ਵੈਲਿਊਜ਼ ਜੋ ਵੀ ਹੋਣ ਉਹ ਸਾਰੀਆਂ ਪੋਜ਼ਿਟਿਵ ਨੰਬਰ ਹਨ। ਜੋ ਵੀ ਹੋਵੇ
A quantity. Phase velocity greater than C ਹੈ greater than the velocity of light ਠੀਕ ਹੈ ਅਜਿਹਾ ਲੱਗਦਾ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਇਹ ਉਹ velocity ਨਹੀਂ ਹੈ ਜਿਸ ਨਾਲ ਸਿਗਨਲ ਟ੍ਰਾਂਸਮਿਟ ਹੁੰਦੇ ਹਨ ਆਓ ਗਰੁੱਪ velocity ਦੇਖਦੇ ਹਾਂ ਗਰੁੱਪ velocity ਬੇਸ਼ੱਕ c ਸਕੁਏਅਰ ਬਾਏ ਫੇਜ਼ velocity ਹੋਵੇਗੀ ਤਾਂ ਇਸ ਰਿਲੇਸ਼ਨ ਤੋਂ ਅਸੀਂ ਇਹ ਪ੍ਰਾਪਤ ਕਰਦੇ ਹਾਂ ਗਰੁੱਪ velocity c ਸਕੁਏਅਰ ਬਾਏ ਫੇਜ਼ velocity ਜਿਸ ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ c ਮਲਟੀਪਲਾਈਡ ਬਾਏ c ਡਿਵਾਈਡਡ ਬਾਏ ਫੇਜ਼ velocity ਅਤੇ ਅਸੀਂ ਹੁਣੇ ਦੇਖਿਆ ਹੈ ਕਿ ਫੇਜ਼ velocity greater than velocity of light ਹੈ ਇਸ ਲਈ a less than 1 ਹੋਵੇਗੀ ਜਿਸ ਕੇਸ ਵਿੱਚ ਸਮੁੱਚੇ ਤੌਰ ਤੇ ਗਰੁੱਪ velocity less than velocity of light c ਹੋਵੇਗੀ ਤਾਂ ਇਹ ਆਇਨੋਸਫੀਅਰ ਵਿੱਚ ਇਲੈਕਟ੍ਰੋਮੈਗਨੈਟਿਕ ਵੇਵਜ਼ ਦੇ ਕੇਸ ਲਈ ਇੱਕ ਡਿਸਪਰਸ਼ਨ ਰਿਲੇਸ਼ਨ ਦੀ ਇੱਕ ਉਦਾਹਰਣ ਹੈ ਜਿਸ ਦੇ ਲਈ ਫੇਜ਼ velocity ਲਾਈਟ ਦੀ velocity ਨਾਲੋਂ ਜ਼ਿਆਦਾ ਹੁੰਦੀ ਹੈ ਪਰ ਗਰੁੱਪ velocity ਲਾਈਟ ਦੀ velocity ਨਾਲੋਂ ਛੋਟੀ ਹੁੰਦੀ ਹੈ ਕਿਉਂਕਿ ਸਾਰੇ ਸਿਗਨਲ ਅਤੇ ਜਾਣਕਾਰੀ ਸਿਰਫ ਗਰੁੱਪ velocity ਤੇ ਟ੍ਰਾਂਸਮਿਟ ਕੀਤੀ ਜਾ ਸਕਦੀ ਹੈ ਇਹ ਫਿਜ਼ਿਕਸ ਦੇ ਕਿਸੇ ਹੋਰ ਸਿਧਾਂਤ ਦੀ ਉਲੰਘਣਾ ਨਹੀਂ ਕਰਦਾ ਹੈ ਅੰਤ ਵਿੱਚ ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦੇ ਰਿਹਾ ਹਾਂ ਤਾਂ ਇਸ ਸਥਿਤੀ ਵਿੱਚ ਮੈਂ ਤੁਹਾਨੂੰ ਸਿੱਧੇ ਤੌਰ ਤੇ ਫੇਜ਼ velocity ਦਿੰਦਾ ਹਾਂ ਜੋ c into sin ka by 2 divided by ka by 2 ਦਿੱਤੀ ਜਾਂਦੀ ਹੈ ਠੀਕ ਹੈ ਇਹ ਇੱਕ ਆਸਾਨ ਐਕਸਰਸਾਈਜ਼ ਹੈ ਜੋ ਮੈਂ ਤੁਹਾਨੂੰ ਕਰਨ ਲਈ ਦੇ ਰਿਹਾ ਹਾਂ ਕਿ ਗਰੁੱਪ velocity equal to c times cos ka by 2 ਹੋਵੇਗੀ ਤਾਂ ਇਹ ਇੱਕ ਹੋਰ ਕੇਸ ਹੈ ਜਿਸ ਵਿੱਚ ਤੁਸੀਂ ਇੱਕ ਡਿਸਪਰਸ਼ਨ ਦੇਖਦੇ ਹੋ ਸਮਾਪਤ ਕਰਦੇ ਹੋਏ ਮੈਂ ਤੁਹਾਨੂੰ ਇੱਕ ਵਾਰ ਫਿਰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਵੇਵਜ਼ ਦੇ ਡਿਸਪਰਸ਼ਨ ਨੂੰ ਦੇਖਿਆ ਅਤੇ ਇਹ ਸਿੰਗਲ ਵੇਵ ਦੀ ਪ੍ਰੋਪਰਟੀ ਨਹੀਂ ਹੈ ਪਰ ਇਹ ਇੱਕ ਪਾਰਟਿਕੂਲਰ ਮੀਡੀਅਮ ਵਿੱਚ ਵੇਵਜ਼ ਦੇ ਗਰੁੱਪ ਲਈ ਇੱਕ ਪ੍ਰੋਪਰਟੀ ਹੈ ਡਿਸਪਰਸ਼ਨ ਨੂੰ ਸਮਝਣ ਦਾ ਮੁੱਖ ਆਧਾਰ ਹੈ ਕਿ ਕੀ ਇੱਕ ਪਾਰਟਿਕੂਲਰ ਪਲਸ ਜਾਂ ਵੇਵਜ਼ ਦਾ ਇੱਕ ਗਰੁੱਪ ਡਿਸਪਰਸਿਵ ਹੋਵੇਗਾ ਜਾਂ ਨਹੀਂ ਸਿਰਫ ਇਹ ਜਾਣਨ ਲਈ ਕਿ ਇਹ ਡਿਸਪਰਸ਼ਨ ਰਿਲੇਸ਼ਨ ਕੀ ਹੈ ਇੱਕ ਵਾਰ ਜਦੋਂ ਅਸੀਂ ਇਸ ਦੇ ਡਿਸਪਰਸ਼ਨ ਰਿਲੇਸ਼ਨ ਨੂੰ ਜਾਣ ਲੈਂਦੇ ਹਾਂ ਤਾਂ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਇਹ ਨੋਰਮਲ ਡਿਸਪਰਸ਼ਨ ਅਨੋਮਲਸ ਡਿਸਪਰਸ਼ਨ ਦਾ ਕੇਸ ਹੈ ਜਾਂ ਸ਼ਾਇਦ ਬਿਲਕੁਲ ਕੋਈ ਡਿਸਪਰਸ਼ਨ ਨਹੀਂ ਹੈ